ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਬਾਤ ਚੈਨਲ। ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਵੀਡੀਓ CDL ਦੇ ਬਾਰੇ, ਵੀ CDL ਲਾਇਸੈਂਸ ਕਿਵੇਂ ਬਣਾਉਣਾ ਹੈ ਅਤੇ ਉਹਦੀ ਤਿਆਰੀ ਤੁਸੀਂ ਕਿਵੇਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਵਿੱਚ ਵੀ ਸਾਡੇ ਕੀ ਕੰਟੈਂਟਸ ਹੈਗੇ ਨੇ। ਇੰਟਰੋਡਕਸ਼ਨ, ਡਰਾਈਵਿੰਗ ਸੇਫਟੀ, ਟਰਾਂਸਪੋਰਟੇਸ਼ਨ ਕਾਰਗੋ, transporting passenger, air brake combination, double and triple endorsement, tank vehicle, hazmat, school bus, ਉਸ ਤੋਂ ਬਾਅਦ ਵਹੀਕਲ ਇੰਸਪੈਕਸ਼ਨ, ਬੇਸਿਕ ਵਹੀਕਲ ਕੰਟਰੋਲ, ਸਕਿੱਲ ਟੈਸਟ ਅਤੇ ਔਨ ਰੋਡ ਡਰਾਈਵਿੰਗ ਟੈਸਟ। ਇਹਨਾਂ ਸਾਰਿਆਂ ਨੂੰ ਕਵਰ ਕਰਾਂਗੇ ਅਸੀਂ ਵਨ ਬਾਏ ਵਨ। ਮੈਂ ਪੰਜਾਬੀ ਵਿੱਚ ਹੀ ਸਾਰੀ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਾਂਗਾ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਮੇਰੇ ਵੀਰਾਂ ਭੈਣਾਂ ਨੂੰ ਇਹਦੀ ਸਮਝ ਆ ਸਕੇ। ਹੁਣ ਜਿਵੇਂ ਜਿਵੇਂ ਚੈਪਟਰ ਅੱਗੇ ਚੱਲਣਗੇ ਮੈਂ ਤੁਹਾਨੂੰ ਇੱਕ ਚੀਜ਼ ਨੂੰ ਸਮਝਾਉਂਦਾ ਜਾਵਾਂਗਾ। ਵੀ ਸੈਕਸ਼ਨ ਆਉਣਗੇ, CDL ਲਾਇਸੈਂਸ ਕਿਹਨੂੰ ਕਹਿੰਦੇ ਨੇ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਉਹਦਾ ਟੈਸਟ ਦੇ ਵਿੱਚ ਕੀ ਹੁੰਦਾ ਹੈ, CLP ਬਈ ਕਮਰਸ਼ੀਅਲ ਲਰਨਰ ਪਰਮਿਟ ਕਿਵੇਂ ਲੈਣਾ ਤੁਸੀਂ। ਉਸ ਤੋਂ ਬਾਅਦ ਮੈਡੀਕਲ ਰਿਕੁਆਇਰਮੈਂਟ ਕੀ ਹੁੰਦੀਆਂ ਨੇ, ਡਿਸਕੁਆਲੀਫਿਕੇਸ਼ਨ, ਸੇਫਟੀ ਰੂਲ ਕੀ ਨੇ। ਬੇਸਿਕਲੀ ਮੈਂ ਜ਼ਿਆਦਾ ਤੋਂ ਜ਼ਿਆਦਾ ਕਵਰ ਉਹਨਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹੜੀ ਕਿ ਸਾਨੂੰ ਲੋੜ ਪੈਂਦੀ ਹੈ ਆਮ ਡਰਾਈਵਰ ਨੂੰ ਡਰਾਈਵਿੰਗ ਟੈਸਟ ਕਲੀਅਰ ਕਰਨ ਨੂੰ, ਅਤੇ ਰੋਜ਼ਮਰਾ ਜਦੋਂ ਤੁਸੀਂ ਟਰੱਕ ਚਲਾਉਂਦੇ ਹੋ ਉਹਦੇ ਵਿੱਚ। ਅਤੇ ਚਲੋ ਜੀ ਅੱਗੇ ਸੀਰੀਜ਼ ਸ਼ੁਰੂ ਕਰਨੇ ਆ। ਸਭ ਤੋਂ ਪਹਿਲਾਂ ਵੀ CDL ਲਾਇਸੈਂਸ ਸਾਡੇ 3 ਤਰ੍ਹਾਂ ਦੇ ਹੁੰਦੇ ਨੇ, ਕਲਾਸ A, ਕਲਾਸ B ਅਤੇ ਕਲਾਸ C। ਜਿਹੜਾ ਕੰਬੀਨੇਸ਼ਨ ਵਿੱਚ ਚੱਲਦਾ ਹੈ ਟਰੈਕਟਰ ਟ੍ਰੇਲਰ ਕਲਾਸ A, ਗਰੋਸ ਵੇਟ 25,000 ਤੋਂ ਜ਼ਿਆਦਾ ਜਾਂ ਟ੍ਰੇਲਰ ਦੇ ਵਿੱਚ 10,000 ਪਲੱਸ ਵੇਟ ਹੋਵੇ ਤਾਂ ਤੁਹਾਨੂੰ ਕਲਾਸ A ਦਾ ਲਾਇਸੈਂਸ ਚਾਹੀਦਾ। ਕਲਾਸ B ਐਂਡੋਰਸਮੈਂਟ, ਉਹ ਤੁਹਾਡਾ ਸਕੂਲ ਬੱਸ, ਟਰਾਂਸਪੋਰਟੇਸ਼ਨ ਦੀਆਂ ਜਿੰਨੀਆਂ ਵੀ ਯੂਨਿਟਸ ਨੇ, ਬਈ ਬੱਸਿਸ ਹੈਗੀਆਂ ਨੇ ਟਰਾਂਸਪੋਰਟੇਸ਼ਨ ਦੀਆਂ, ਰੋਡਵੇਜ਼ ਦੀ ਬੱਸਾਂ ਹੈਗੀਆਂ ਨੇ, ਟਰਾਂਜ਼ਿਟ ਬੱਸਾਂ ਹੈਗੀਆਂ ਨੇ, ਉਹਨਾਂ ਵਿੱਚ ਤੁਹਾਨੂੰ ਕਲਾਸ B। ਕਲਾਸ C ਵਿੱਚ ਕੁਛ ਰਿਸਟ੍ਰਿਕਟਿਡ ਵਹੀਕਲ ਹੁੰਦੇ ਨੇ, ਜਿਵੇਂ ਐਂਬੂਲੈਂਸ ਵਗੈਰਾ ਹੋ ਗਈਆਂ ਜਾਂ ਫਾਇਰ ਬ੍ਰਿਗੇਡਸ ਵਗੈਰਾ ਵਿੱਚ ਚਲੇ ਜਾਓ। ਉਹਨਾਂ 'ਚ ਕੁਛ ਰਿਸਟ੍ਰਿਕਟਿਡ ਹੈਜਮੈਟ ਯਾਨੀ ਐਂਡੋਰਸਮੈਂਟ ਹੁੰਦੀਆਂ ਨੇ ਮੋਸਟਲੀ ਉਹਨਾਂ 'ਚ ਬਹੁਤ ਜ਼ਿਆਦਾ। ਕੁਛ ਨੌਲੇਜ ਮੈਨੂੰ ਘੱਟ ਵੀ ਹੋ ਸਕਦੀ ਹੈ, ਬਟ ਮੈਂ ਆਪਣੇ ਵੀਰਾਂ ਭੈਣਾਂ ਨੂੰ ਇੱਕੋ ਗੱਲ ਕਹਾਂਗਾ, ਜਿੰਨੀ ਮੈਨੂੰ ਨੌਲੇਜ ਹੈ ਮੈਂ ਉਨੀ ਸ਼ੇਅਰ ਕਰ ਰਿਹਾ, ਅਤੇ ਆਸ ਇਹੀ ਕਰਨਾ ਹਮੇਸ਼ਾ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਦੇ ਸਕਾਂ ਤਾਂ ਕਿ ਤੁਸੀਂ ਆਪਣਾ ਟੈਸਟ ਕਲੀਅਰ ਕਰ ਸਕੋ। ਹਾਂਜੀ, ਇੱਥੇ ਨੌਲੇਜ ਟੈਸਟ 'ਚ ਅਸੀਂ ਧਿਆਨ ਦਿਆਂਗੇ ਵਿਜ਼ੀਬਿਲਿਟੀ ਦੇ ਉੱਤੇ, ਵੀ ਤੁਸੀਂ ਸਿਟੀ 'ਚ ਡਰਾਈਵ ਕਰ ਰਹੇ ਹੋ, ਓਪਨ ਹਾਈਵੇ 'ਤੇ ਡਰਾਈਵ ਕਰ ਰਹੇ ਹੋ, ਅਤੇ ਇਹਦੇ ਵਿੱਚ 12 ਤੋਂ 15 ਸੈਕਿੰਡ ਦਾ ਤੁਹਾਡਾ ਡਿਸਟੈਂਸ ਵਿਜ਼ੀਬਿਲਿਟੀ ਵਿੱਚ ਹੋਣਾ ਚਾਹੀਦਾ, ਕਿ ਜਿਹੜਾ ਅੱਗੇ ਤੁਹਾਨੂੰ ਡੈਸਟੀਨੇਸ਼ਨ A to B ਜਿਹੜੀ ਨਜ਼ਰ ਆ ਰਹੀ ਹੈ ਉਹਦੇ ਵਿੱਚ 12 ਸੈਕਿੰਡਸ to 15 ਸੈਕਿੰਡ ਦਾ ਡਿਸਟੈਂਸ ਹੁੰਦਾ ਚਾਹੀਦਾ ਹੈ ਤੁਹਾਡੀ ਸੇਫਟੀ ਵਾਸਤੇ, ਵੀ ਤੁਸੀਂ ਕਿੰਨੇ ਅਵੇਅਰ ਹੋ ਡਰਾਈਵਿੰਗ ਵਾਸਤੇ।
ਇਹਨੂੰ ਹਮੇਸ਼ਾ ਕਾਊਂਟ ਕਰਨਾ ਹੈ 1001 1002 1003 1004 1004 1005 ਕਰਕੇ ਤੁਸੀਂ 12 15 ਤੱਕ ਜਿਹਦਾ ਵੀ 1000 ਕਰਕੇ ਕਾਊਂਟ ਕਰੋ। ਜਿੰਨਾ ਤੁਸੀਂ ਕਾਊਂਟ ਕਰਕੇ ਉਹ ਡਿਸਟੈਂਸ ਤੇ ਪਹੁੰਚਦੇ ਹੋ ਉਹਨਾਂ ਤੁਹਾਡਾ ਡਿਸਟੈਂਸ ਹੈਗਾ ਸੀ। ਡਿਸਟੈਂਸ ਨੂੰ ਚੈੱਕ ਕਰਨ ਦਾ ਬੈਨੀਫਿਟ ਇਹ ਹੁੰਦਾ ਕਿ ਤੁਹਾਡੀ ਇੱਕ ਵਿਜ਼ੀਬਿਲਿਟੀ ਬਣੀ ਰਹਿੰਦੀ ਹੈ ਕਿ ਸਭ ਮੇਰੇ ਤੋਂ ਅੱਗੇ ਕੀ ਹੋ ਰਿਹਾ ਹੈ, ਵੀ ਜਿੰਨੀ ਦੂਰ ਤੱਕ ਮੈਂ ਦੇਖ ਪਾ ਰਿਹਾ ਉੱਥੇ ਕੀ ਹਾਲਾਤ ਨੇ ਵੈਦਰ ਦੇ, ਜਾਂ ਜੋ ਵੀ ਕੰਡੀਸ਼ਨ ਚੱਲ ਰਹੀਆਂ ਨੇ, ਅੱਗੇ ਬ੍ਰੇਕਿੰਗ ਹੈ, ਕੋਈ ਐਕਸੀਡੈਂਟ ਹੈ, ਕੋਈ ਪੁੱਲ ਓਵਰ ਕੀਤਾ ਹੋਇਆ ਪੁਲਿਸ ਵਾਲੇ ਨੇ, ਤੁਸੀਂ ਦੂਰ ਤੱਕ ਉਸ ਚੀਜ਼ ਨੂੰ ਦੇਖ ਕੇ ਜੱਜ ਕਰ ਸਕਦੇ ਹੋ ਕਿ ਮੈਂ ਹੁਣ ਆਪਣੀ ਸਪੀਡ ਨੂੰ ਕੰਟਰੋਲ ਕਰਨਾ ਹੈ, ਬ੍ਰੇਕਿੰਗ ਕਦੋਂ ਕਰਨੀ ਹੈ ਕਦੀ, ਕਿਉਂਕਿ ਟਰੱਕਿੰਗ ਵਿੱਚ ਬ੍ਰੇਕਿੰਗ ਕਦੀ ਇੰਸਟੈਂਟ ਨਹੀਂ ਮਾਰਨੀ ਚਾਹੀਦੀ। ਜੈਕ ਨਾਈਫ ਹੋਣ ਦੇ ਬਹੁਤ ਖਤਰਾ ਬਣਿਆ ਰਹਿੰਦਾ ਕਿਉਂਕਿ ਵੇਟ ਲੈ ਕੇ ਤੁਸੀਂ ਚੱਲ ਰਹੇ ਹੋ, ਇੱਕ ਕਿਸਮ ਦੀ ਤੁਸੀਂ ਇੱਕ ਪੂਰਾ ਇੱਕ ਮਿਸਾਈਲ ਮੈਨ ਹੁੰਦੇ ਹੋ ਉਸ ਟਾਈਮ ਵੀ ਤੁਹਾਡੇ ਕੋਲ ਵੇਟ ਇੰਨਾ ਕੈਰੀ ਹੁੰਦਾ ਕਿ ਤੁਸੀਂ ਕੰਟਰੋਲ ਇੰਨੀ ਵੱਡੀ ਮਸ਼ੀਨਰੀ ਨੂੰ ਇੱਕ ਬੰਦਾ ਕੰਟਰੋਲ ਕਰ ਰਿਹਾ, ਉਹ ਇੱਕ ਬ੍ਰੇਨ ਕੰਟਰੋਲ ਕਰ ਰਿਹਾ ਤੁਹਾਡਾ, ਉਹ ਬ੍ਰੇਨ ਨੇ ਹੀ ਸਾਰਾ ਡਿਸੀਜ਼ਨ ਲੈਣੇ ਹੁੰਦੇ ਨੇ। ਅਤੇ ਮੇਨ ਜਿਹੜਾ CDL ਦੀ ਤਿਆਰੀ ਤੁਹਾਡੇ ਬ੍ਰੇਨ ਨੂੰ ਕਰਵਾਈ ਜਾ ਰਹੀ ਹੈ ਕਿ ਤੂੰ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਹੈ, ਕੀ ਉਹਦੇ 'ਚ ਨੌਲੇਜ ਹੁੰਦੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਉਹਦੇ 'ਚ ਤੁਸੀਂ ਆਪਣਾ ਰੀਅਰ ਲੈਫਟ ਐਂਡ ਰਾਈਟ ਬੋਥ ਸਾਈਡ ਤੁਸੀਂ ਆਪਣੇ ਮਿਰਰਸ ਨੂੰ ਚੈੱਕ ਕਰਦੇ ਰਹਿਣਾ, ਵਿਜ਼ੀਬਿਲਿਟੀ ਉੱਥੇ ਵੀ ਤੁਹਾਡੀ ਬਣੀ ਰਹਿਣੀ ਚਾਹੀਦੀ ਹੈ, ਤੁਹਾਡੇ ਫਰੰਟ 'ਤੇ ਵੀ ਤੁਹਾਡੀ ਵਿਜ਼ੀਬਿਲਿਟੀ ਹੋਣੀ ਚਾਹੀਦੀ ਹੈ। ਸਿਰਫ ਇੱਕ ਬਲਾਈਂਡ ਸਪੋਟ ਜਿਹੜੀ ਤੁਹਾਡੀ ਟ੍ਰੇਲਰ ਦੀ ਟੇਲ ਦੇ ਬੈਕ ਸਾਈਡ ਉੱਥੇ ਤੁਸੀਂ ਨਹੀਂ ਦੇਖ ਸਕਦੇ, ਅਦਰਵਾਈਜ਼ ਤੁਹਾਨੂੰ ਹਰ ਏਰੀਆ ਨੂੰ ਕਵਰ ਕਰਨਾ ਚਾਹੀਦਾ ਹੈ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਅਤੇ ਆਪਣੇ ਆਪ ਨੂੰ ਇੱਕ ਸੇਫ ਜ਼ੋਨ ਵਿੱਚ ਚਲਾ ਸਕਦੇ ਹੋ। ਮਿਰਰ ਦੀ ਐਡਜਸਟਮੈਂਟ ਸਾਈਡ 'ਤੇ ਸਾਡੇ ਜਿਹੜੇ ਮਿਰਰ ਇੱਕ ਬਲਾਈਂਡ ਸਪੋਟ ਨੂੰ ਜਿਹੜੇ ਕਵਰ ਕਰਦੇ ਨੇ, ਤੁਸੀਂ ਉਹਨਾਂ ਨੂੰ ਬੜੇ ਧਿਆਨ ਨਾਲ ਐਵਰੀ 5 ਸੈਕਿੰਡ ਟੂ 10 ਸੈਕਿੰਡ ਤੁਸੀਂ ਗੈਪ 'ਤੇ ਨਜ਼ਰ ਪਾਉਂਦੇ ਰਹੋ, ਕੋਈ ਸਾਈਡ 'ਤੇ ਕੋਈ ਗੱਡੀ ਆ ਰਹੀ ਹੈ ਨਹੀਂ ਆ ਰਹੀ। ਬਈ ਦੂਜਾ ਤੁਹਾਡਾ ਡਿਸਟੈਂਸ ਇੱਕ ਗੱਡੀ ਤੋਂ ਦੂਜੀ ਗੱਡੀ 'ਚ ਕਿੰਨਾ ਹੋਣਾ ਚਾਹੀਦਾ, ਇਹ ਤੁਹਾਡੀ ਮੇਜਰਮੈਂਟ ਹੋਣੀ ਚਾਹੀਦੀ ਵੀ, ਕਿਉਂਕਿ ਜਦੋਂ ਤੁਸੀਂ ਇੱਕ ਬ੍ਰੇਕ ਮਾਰਦੇ ਹੋ ਪਹਿਲਾਂ ਟਰੱਕ ਦਾ ਲੋਡ ਲੈ ਕੇ ਤੁਹਾਡੀ ਮੇਜਰਮੈਂਟ ਹੋ ਜਾਂਦੀ ਹੈ ਵੀ ਮੈਂ ਕਿੰਨਾ ਲੋਡ ਲੈ ਕੇ ਕੈਰੀ ਕਰ ਰਿਹਾ ਤਾਂ ਮੇਰਾ ਟਰੱਕ ਕਿੰਨੀ ਡਿਸਟੈਂਸ 'ਤੇ ਜਾ ਕੇ ਸਟਾਪ ਕਰਦਾ ਹੈ। ਉਸ ਚੀਜ਼ ਨੂੰ ਤੁਸੀਂ ਪ੍ਰੈਕਟੀਕਲੀ ਜਦੋਂ ਚਲਾਓਗੇ ਤੁਹਾਨੂੰ ਉਦੋਂ ਸਮਝ ਆਏਗੀ ਸਾਰੀ। ਇਸ ਫੋਟੋ 'ਚ ਤੁਸੀਂ ਦੇਖ ਰਹੇ ਹੋ ਕਿ ਮਿਰਰਸ ਦਾ ਦਿਖਾਇਆ ਗਿਆ, ਡਰਾਈਵਰ ਕਿੱਥੇ ਬੈਠਾ ਹੋਇਆ ਹੈ। ਠੀਕ ਹੈ ਜੀ। ਉਹ ਕਿਹੜੇ ਏਰੀਆ ਨੂੰ ਵਿਜ਼ਨ ਅਤੇ ਕਨਵੈਕਸ ਮਿਰਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਵੇਂ ਐਡਜਸਟ ਕਰ ਸਕਦਾ ਹੈ, ਉਹਨਾਂ ਨੂੰ ਕੀ ਚੀਜ਼ ਕਿਹੜੇ ਮਿਰਰ ਦਾ ਕਿੰਨਾ ਕੰਮ ਹੈ, ਉਹਨੂੰ ਕਦੋਂ ਦੇਖਣਾ ਚਾਹੀਦਾ। ਮੈਂ ਹਾਲੀ ਮੇਨ ਇਹਦੇ ਵਿੱਚ ਕੁਐਸਚਨਿੰਗ ਦੇ ਬੜੇ ਘੱਟ ਤੁਹਾਨੂੰ ਆਉਣਗੇ ਟੌਪਿਕ, ਬਟ ਇਹ ਸੇਫਟੀ ਪਰਪਸ ਤੋਂ ਇਨ ਫਿਊਚਰ, ਕਿਉਂਕਿ ਤੁਸੀਂ ਇੱਕ ਡਰਾਈਵਰ ਬਣਨਾ, ਬੜੇ ਇੱਕ ਰੋਡ ਦੇ 'ਤੇ ਇੱਕ ਰਿਸਪੈਕਟਿਵ ਜੋਬ ਕਰਨੀ ਹੈ ਅਤੇ ਉਹਦੇ ਵਿੱਚ ਤੁਹਾਨੂੰ ਇਹ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸਿਚੁਏਸ਼ਨ ਦੇ ਰਿਗਾਰਡਿੰਗ ਵੈਦਰ ਕਿਵੇਂ ਦੀ ਹੈ, ਤੁਹਾਡੀ ਵਿਜ਼ੀਬਿਲਿਟੀ ਘੱਟ ਜਾਂਦੀ ਹੈ, ਜਿੰਨੀ ਵੈਦਰ ਮਾੜੀ ਹੈ ਵਿਜ਼ੀਬਿਲਿਟੀ ਘੱਟੀ, ਤੁਹਾਨੂੰ ਓਨਾ ਮਿਰਰ ਜ਼ਿਆਦਾ ਦੇਖਣਾ ਪੈਣਾ। ਵਾਰ-ਵਾਰ ਦੇਖੋ ਤੁਹਾਡਾ ਟ੍ਰੇਲਰ ਸਵਿੰਗ ਤਾਂ ਨਹੀਂ ਕਰ ਰਿਹਾ, ਜੈਕ ਨਾਈਫ ਤਾਂ ਨਹੀਂ ਕਰ ਰਿਹਾ, ਅਗਰ ਕਰ ਰਿਹਾ ਤਾਂ ਤੁਸੀਂ ਟ੍ਰੇਲਰ ਬ੍ਰੇਕ ਨੂੰ ਕੰਟਰੋਲ ਕਰਨਾ ਕਿਵੇਂ ਕਰਨਾ, ਉਹ ਸਾਰਾ ਪ੍ਰੈਕਟੀਕਲੀ ਤੁਹਾਨੂੰ ਮੈਂ ਅੱਗੇ ਟੈਸਟ ਵਿੱਚ ਦੱਸਦਾ ਜਾਵਾਂਗਾ। ਬਾਅਦ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਇੰਸਪਾਇਰ ਹੋਵਾਂ, ਵੀਡੀਓ ਬਣਾਵਾਂ। ਦੋਸਤੋ ਇੱਥੇ ਮੈਂ ਤੁਹਾਨੂੰ ਸਬਸਕ੍ਰਾਈਬ ਜਾਂ ਜਿੰਨਾ ਵੀ ਮੈਂ ਤੁਹਾਨੂੰ ਕਰ ਰਿਹਾ ਮੋਟੀਵੇਟ, ਮੈਂ ਪੈਸਿਆਂ ਜਾਂ ਡਾਲਰਸ ਵਾਸਤੇ ਨਹੀਂ ਕਰ ਰਿਹਾ, ਮੇਰੇ ਇੱਕ ਅੱਛੀ ਜੋਬ ਹੈ, ਮੈਂ ਡਰਾਈਵਰ ਹੈਗਾ ਵਾਂ, ਟਰੱਕ ਡਰਾਈਵਰ, ਅੱਛੀ ਬਣਾ ਰਿਹਾ ਮੈਂ ਇਨਕਮ, ਬਟ ਮੋਟੀਵੇਸ਼ਨ ਕਰਕੇ ਮੈਂ ਨੌਲੇਜ ਜਿਹੜੇ ਆਪਣੇ ਪੰਜਾਬੀ ਵੀਰ ਭੈਣਾਂ ਨੂੰ ਦਿੱਕਤ ਹੁੰਦੀ ਹੈ ਟੈਸਟ ਕਲੀਅਰ ਕਰਨੇ 'ਚ, ਉਹਨਾਂ ਵਾਸਤੇ ਮੈਂ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਮਰਜ ਹੋਣਾ ਜਦੋਂ ਤੁਸੀਂ ਉਦੋਂ ਇੰਡੀਕੇਟਰ ਦੇ ਕੇ ਇੰਸਟੈਂਟ ਤੁਸੀਂ ਟਰਨ ਨਹੀਂ ਲੈਣੀ, ਕਦੀ ਵੀ ਲਾਈਨ ਚੇਂਜ ਨਹੀਂ ਕਰਨੀ। ਮਰਜ ਹੋਣ ਤੋਂ ਪਹਿਲਾਂ ਘੱਟੋ ਘੱਟ 5 ਸੈਕਿੰਡ ਯਾਨੀ 5 ਵਾਰੀ, ਦੇਸੀ ਭਾਸ਼ਾ 'ਚ 5 ਵਾਰੀ ਜਦੋਂ ਤੁਹਾਡਾ ਇੰਡੀਕੇਟਰ ਬਲਿੰਕ ਕਰੇ, ਬਈ ਕਲਿੱਕ 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 5 ਵਾਰੀ ਜਦੋਂ ਕਰੇ ਉਦੋਂ ਤੁਸੀਂ ਟਰਨ ਲੈਣ ਦਾ ਡਿਸੀਜ਼ਨ ਲੈਣਾ, ਉਸ ਤੋਂ ਪਹਿਲੇ ਨਹੀਂ ਲੈਣਾ। ਕਿਉਂਕਿ ਪਿਛਲਾ ਡਰਾਈਵਰ ਪਤਾ ਨਹੀਂ ਕਿਸ ਮੂਡ 'ਚ ਹੈਗਾ, ਉਹ ਰੇਸ ਦੇ ਮੂਡ, ਕਈ ਤੁਹਾਨੂੰ ਦੇਖਿਆ ਹੋਣਾ ਤੁਸੀਂ ਹਾਈਵੇ ਦੇ ਡਰਾਈਵਰ ਰੇਸ ਦੇ ਮੂਡ 'ਚ ਆਉਂਦੇ ਨੇ, ਤੁਹਾਨੂੰ ਜਗ੍ਹਾ ਲੱਗਿਆ ਵੀ ਮੈਂ ਨਿਕਲ ਸਕਣਾ ਪਰ ਇੰਨੇ 'ਚ ਪਿਛਲਾ ਡਰਾਈਵਰ ਆ ਗਿਆ, ਤੁਸੀਂ ਇੰਡੀਕੇਟਰ ਦੇ ਕੇ ਮੁੜ ਗਏ ਅਤੇ ਇੰਸੀਡੈਂਟ ਹੋਣ ਦਾ ਖਤਰਾ ਰਹਿੰਦਾ। ਇਸ ਕਰਕੇ 5 ਸੈਕਿੰਡ ਘੱਟੋ ਘੱਟ, ਅਤੇ ਜ਼ਿਆਦਾ ਤੋਂ ਜ਼ਿਆਦਾ ਵੈਦਰ ਦੇ ਰਿਗਾਰਡਿੰਗ ਤੁਹਾਡੀ ਵਿਜ਼ੀਬਿਲਿਟੀ ਘੱਟ ਹੈ ਅਤੇ 10 ਸੈਕਿੰਡ। ਟਾਈਟ ਰੋਡ ਅਗਰ ਮੰਨ ਲਓ ਲੇਨਸ ਚੱਲ ਰਹੀਆਂ ਨੇ, 3 ਲੇਨ ਬੜੀ ਟਾਈਟ ਚੱਲ ਰਹੀਆਂ ਨੇ, ਤਾਂ ਬੜਾ ਧਿਆਨ ਰੱਖਣਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸੇਫ ਮੋਡ 'ਚ ਚਲਾ ਸਕਦੇ ਹੋ ਆਪਣੇ ਟਰੱਕ ਨੂੰ ਚਲਾਓ। ਸਪੀਡ ਕੰਟਰੋਲ, ਸਵਿੰਗ ਨਾ ਆਉਣ ਦਿਓ, ਜ਼ਿਆਦਾ ਕੰਟਰੋਲ ਆਪਣਾ ਗ੍ਰਿਪ 'ਤੇ ਰੱਖੋ, ਕੋਈ ਇਕਵਿਪਮੈਂਟ ਨੂੰ ਹੱਥ ਨਾ ਲਾਓ ਉਸ ਟਾਈਮ 'ਤੇ ਜਦੋਂ ਤੁਹਾਡਾ ਬੜਾ ਇੱਕ ਟਾਈਟ ਮੋਡ 'ਤੇ ਤੁਹਾਡੀ ਡਰਾਈਵਿੰਗ ਚੱਲ ਰਹੀ ਹੋਵੇ। ਕੋਈ ਕਨਵਰਸੇਸ਼ਨ ਨਹੀਂ ਕਰਨਾ ਕਿਸੇ ਨਾਲ, ਕੋਈ
ਤੇ ਇਸ ਚੀਜ਼ ਨੂੰ ਜਦੋਂ ਟਰਨ ਕਰਨਾ ਹੈ ਉਦੋਂ ਵੀ ਮਿਰਰ ਨੂੰ ਬੜੇ ਧਿਆਨ ਨਾਲ ਦੇਖ ਕੇ ਟਰਨ ਕਰਨਾ, ਸਲੋ ਡਾਊਨ ਕਰਕੇ ਲੇਨ ਚੇਂਜ ਕਰਨੀ ਹੈ। ਲੇਨ ਚੇਂਜ ਇੰਸਟੈਂਟ ਨਹੀਂ ਕਰਨੀ, ਕਿਉਂਕਿ ਤੁਸੀਂ ਟਰੈਕਟਰ ਟ੍ਰੇਲਰ ਕੰਬੀਨੇਸ਼ਨ ਲੈ ਕੇ ਜਾ ਰਹੇ ਹੋ। ਕਾਰ ਵਾਲਾ ਸਿਸਟਮ ਨਹੀਂ ਵੀ ਤੁਸੀਂ 1 ਸੈਕਿੰਡ ਵਿੱਚ ਤੁਸੀਂ ਲਾਈਨ ਚੇਂਜ ਕਰਕੇ ਸਵਿੰਗ ਕਰਦਾ ਤੁਹਾਡਾ ਟ੍ਰੇਲਰ, ਤੇ ਉਸ ਟਾਈਮ ਤੁਹਾਨੂੰ ਬੜਾ ਧਿਆਨ ਨਾਲ ਕਰਕੇ ਇਹਨੂੰ ਸਵਿੰਗ ਕਰਵਾਉਣਾ। ਐਪ ਟਰਨ ਹੋ ਗਈ ਹੈ, ਟਰਨ ਕਰ ਰਹੇ ਜੀ। ਮੈਂ ਦੁਬਾਰਾ ਵਾਪਸ, ਹਾਂਜੀ। ਕਮਿਊਨੀਕੇਟਿੰਗ ਤੁਹਾਡਾ ਹੌਰਨ, ਲਾਈਟ, ਇੰਡੀਕੇਟਰ, ਇਹ ਸਾਰਾ ਤੁਹਾਡਾ, ਕਿਉਂਕਿ ਮੂੰਹ ਕੱਢ ਕੇ ਤੁਸੀਂ ਬੋਲੋਗੇ ਨਹੀਂ, ਹੈਵੀ ਟ੍ਰੈਫਿਕ ਵਿੱਚ ਤੁਹਾਡੀ ਆਵਾਜ਼ ਬਾਹਰ ਨਹੀਂ ਜਾ ਸਕਦੀ, ਤੇ ਤੁਹਾਡੇ ਇਹ ਮੇਨ ਤੁਹਾਡੇ ਸੋਰਸ ਹੁੰਦੇ ਨੇ ਕਮਿਊਨੀਕੇਸ਼ਨ ਦੇ, ਲਾਈਟ, ਇੰਡੀਕੇਟਰ, ਹੌਰਨ। ਤੁਸੀਂ ਉਹਨਾਂ ਨੂੰ ਯੂਜ਼ ਕਰੋ ਤੇ ਯੂਜ਼ ਕਰਕੇ ਆਪਣੇ ਆਪ ਨੂੰ ਸੇਫ ਕਰਕੇ ਤੁਸੀਂ ਡਰਾਈਵ ਕਰੋ। ਹੁਣ ਇੱਥੇ ਜਿਹੜਾ ਤੁਸੀਂ ਫੋਟੋ ਤੁਹਾਡੇ ਸਾਹਮਣੇ ਆ ਰਹੀ ਹੈ, ਇਸ ਫੋਟੋ ਵਿੱਚ ਸ਼ੋਅ ਕੀਤਾ ਗਿਆ ਹੈ ਕਿ ਜਦੋਂ ਤੁਹਾਡਾ ਰੋਡ ਸਾਈਡ ਤੇ ਅਗਰ ਮੰਨ ਲਓ ਟਰੱਕ ਬ੍ਰੇਕ ਡਾਊਨ ਹੋ ਗਿਆ ਜਾਂ ਐਮਰਜੈਂਸੀ ਤੁਹਾਨੂੰ ਰੁਕਣਾ ਪੈ ਗਿਆ, ਤੇ ਤੁਹਾਡੇ ਟਰੱਕ ਦੀ ਕਿਸ ਪਿੱਛੇ ਜਿਹੜੇ ਟ੍ਰਾਇੰਗਲ ਸੇਫਟੀ ਵਾਸਤੇ ਇੱਕ ਵਾਰਨਿੰਗ, ਜਿਹੜੇ ਟ੍ਰਾਇੰਗਲ ਜਿਵੇਂ ਟ੍ਰਾਇੰਗਲ ਬਣੇ ਹੁੰਦੇ ਨੇ ਰਿਫਲੈਕਟਰ, ਉਹ ਤੁਹਾਡੇ ਟਰੱਕ 'ਚ 3 ਹੁੰਦੇ ਨੇ। ਕੁਐਸਚਨ ਵੀ ਆਉਂਦਾ ਹੈਗਾ ਵੀ ਤੁਹਾਡੇ ਟਰੱਕ 'ਚ ਕਿੰਨੇ ਟ੍ਰਾਇੰਗਲ ਹੋਣੇ ਚਾਹੀਦੇ ਨੇ, ਤੇ ਫਾਇਰ ਜਿਹੜਾ ਸਿਲੰਡਰ ਹੁੰਦਾ ਅੱਗ ਬੁਝਾਉਣ ਵਾਲਾ ਦੇਸੀ ਭਾਸ਼ਾ 'ਚ, ਉਹਨੂੰ ਤੁਸੀਂ ਟਰੱਕ 'ਚ ਰੱਖਣਾ ਹੈ ਸੇਫ, ਉਹਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਸਹੀ। ਹੁਣ ਜਿਹੜਾ ਪਿੱਛੇ ਮਿਰਰ ਟ੍ਰਾਇੰਗਲ ਰੱਖਣ ਦਾ ਡਿਸਟੈਂਸ ਹੈ, ਪਹਿਲਾ ਜਿਹੜਾ ਟ੍ਰਾਇੰਗਲ ਟ੍ਰੇਲਰ ਦੀ ਟੇਲ ਤੋਂ 10 ਫੁੱਟ, ਦੂਜਾ 100 ਫੁੱਟ, ਤੇ ਤੀਜਾ 200 ਫੁੱਟ ਦੇ ਡਿਸਟੈਂਸ ਤੇ ਹੋਣਾ ਚਾਹੀਦਾ। ਉਸ ਤੋਂ ਬਾਅਦ ਅੱਗੇ ਜਿਹੜਾ ਟ੍ਰੇਲਰ, ਅਗਰ ਤੁਹਾਡਾ ਰੋਡਵੇ, ਇਹ ਮੈਂ ਗੱਲ ਕਰ ਰਿਹਾ ਮੰਨ ਲਓ ਡਬਲ ਲੇਨ ਵਿੱਚ ਹੈਗੇ ਹੋ ਜਾਂ ਟ੍ਰਿਪਲ ਲੇਨ ਵਿੱਚ ਹੈਗੇ ਹੋ ਤੁਸੀਂ, ਇਹ ਉਦੋਂ ਵਾਸਤੇ ਹੈਗੀ ਜੀ ਗੱਲ। ਬਟ ਅਗਰ ਤੁਸੀਂ ਸਿੰਗਲ ਲੇਨ ਵਿੱਚ ਹੈਗੇ ਹੋ, 1 ਵੇ ਲੇਨ ਹੈਗੀ ਹੈ ਵੀ ਇੱਕ ਲੇਨ ਯਾਨੀ ਕਿ ਆਉਣ ਦੀ ਇੱਕ ਜਾਣ ਦੀ ਹੈ, ਡਿਵਾਈਡਡ ਰੋਡ ਨਹੀਂ ਹੈਗਾ, ਠੀਕ ਹੈ ਨਾ। ਤੇ ਉਦੋਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਬਈ ਆਪਣੇ ਇੱਕ ਮਿਰਰ ਤੁਹਾਡਾ ਅੱਗੇ ਹੋਣਾ ਚਾਹੀਦਾ ਫਰੰਟ ਤੇ 100 ਫੁੱਟ ਦੀ ਦੂਰੀ ਤੇ, ਦੂਸਰਾ ਤੁਹਾਡਾ ਟੇਲ ਸਾਈਡ ਤੇ 10 ਫੁੱਟ, ਤੇ ਤੀਸਰਾ ਤੁਹਾਡਾ ਟੇਲ ਸਾਈਡ ਤੇ 100 ਫੁੱਟ ਦੀ ਦੂਰੀ ਤੇ ਹੋਣਾ ਚਾਹੀਦਾ। ਇਹ ਮੇਨ ਵਾਰਨ ਕਰਨ ਵਾਸਤੇ ਹੁੰਦਾ ਹੈ ਵੀ ਅਗਰ ਕੋਈ ਤੁਹਾਡੇ ਟੈਲੀਗੇਟ ਕਰ ਰਿਹਾ ਹੈ, ਉਹਨੂੰ ਪਤਾ ਰਹੇ ਵੀ ਹਾਂ ਵੀ ਇੱਥੇ ਅੱਗੇ ਟਰੱਕ ਬ੍ਰੇਕ ਹੋਇਆ ਹੋਇਆ ਜਾਂ ਕੋਈ ਐਮਰਜੈਂਸੀ ਰੁਕਿਆ ਹੋਇਆ, ਤਾਂ ਕਿ ਉਹ ਕੰਟਰੋਲ ਕਰ ਸਕੇ ਤੇ ਲੇਨ ਚੇਂਜ ਕਰ ਸਕੇ। ਇਸ ਫੋਟੋ 'ਚ ਸੇਮ ਉਹੀ ਟ੍ਰਾਇੰਗਲ ਦਿਖਾਇਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅੱਗੇ 100 ਫੁੱਟ, ਉਸ ਤੋਂ ਬਾਅਦ ਪਿੱਛੇ 10 ਫੁੱਟ, ਤੇ ਤੀਸਰਾ ਪਿੱਛੇ 100 ਫੁੱਟ। ਕਿਉਂਕਿ ਇਹ ਦੇਖੋ ਅੱਗੇ ਆਉਣ ਵਾਲੇ ਟ੍ਰੈਫਿਕ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇੱਥੇ ਕੋਈ ਚੀਜ਼ ਬ੍ਰੇਕ ਹੈ, ਟਰੱਕ ਖੜਾ ਜਾਂ ਕੀ ਹੈ। ਕਰਵ ਵਿੱਚ ਜਿਵੇਂ ਤੁਸੀਂ ਕਰਵ ਤੇ ਦੇਖ ਰਹੇ ਹੋ ਜਾਂ ਹਿਲ ਤੇ ਹੈਗਾ, ਕਿਵੇਂ ਡਿਸਟੈਂਸ ਤੁਹਾਡਾ ਉਨਾ ਹੀ ਹੋਣਾ ਚਾਹੀਦਾ, ਨੋ ਮੈਟਰ ਤੁਹਾਨੂੰ ਪਹਿਲਾ ਨਜ਼ਰ ਆ ਰਿਹਾ, ਦੂਜਾ ਨਜ਼ਰ ਆ ਰਿਹਾ, ਨਹੀਂ ਆ ਰਿਹਾ। ਡਿਸਟੈਂਸ ਤੁਹਾਡਾ ਬੈਕ ਤੇ 10, 100, 200, ਅਗਰ ਬਈ 2 ਵੇ ਲੇਨ ਹੈਗੀ ਹੈ ਵੀ ਇੱਕ ਆਉਣ ਦੀ ਇੱਕ ਜਾਣ ਦੀ, ਤੇ ਇੱਕ ਅੱਗੇ 100 ਫੁੱਟ ਤੇ ਇੱਕ ਪਿੱਛੇ 10 ਤੇ 100 ਫੁੱਟ ਦੇ ਡਿਸਟੈਂਸ ਤੇ ਹੋਣਾ ਚਾਹੀਦਾ। ਕੰਟਰੋਲਿੰਗ ਸਪੀਡ ਕੰਟਰੋਲ ਨੂੰ ਵੀ ਤੁਸੀਂ ਬੜਾ ਇੱਕ ਮਾਇਨੇ ਹੈਗਾ, ਕਿਉਂਕਿ ਜਦੋਂ ਤੁਸੀਂ ਅਗਰ ਆਪਣੀ ਸਪੀਡ ਨੂੰ ਕੰਟਰੋਲ ਕਰਕੇ ਚਲਾਉਂਦੇ ਹੋ, ਅਗਰ ਟਰੱਕ ਨੂੰ ਤੁਸੀਂ ਸਪੀਡ ਤੇ ਚਲਾ ਰਹੇ ਹੋ ਤੇ ਉਹਨੂੰ ਕੰਟਰੋਲ ਕਰਕੇ ਚੱਲ ਰਹੇ ਹੋ, ਉਹਦਾ ਕੰਟਰੋਲ ਤੁਹਾਡੀ ਗ੍ਰਿਪ ਤੇ ਵੀ ਕੰਟਰੋਲ ਆ ਜਾਏਗਾ। ਅਗਰ ਤੁਹਾਡਾ ਸਪੀਡ ਤੇ ਕੰਟਰੋਲ ਨਹੀਂ, ਡੈਫੀਨੇਟਲੀ ਤੁਸੀਂ ਬ੍ਰੇਕਿੰਗ ਤੇ ਕੰਟਰੋਲ ਨਹੀਂ ਕਰ ਪਾਓਗੇ, ਸਟੀਅਰਿੰਗ ਤੇ ਕੰਟਰੋਲ ਨਹੀਂ ਕਰ ਪਾਓਗੇ। ਇਸ ਕਰਕੇ ਕੰਟਰੋਲ ਅਗਰ ਤੁਸੀਂ ਆਪਣੇ ਟਰੱਕ ਤੇ ਰੱਖਣਾ ਹੈ, ਸਪੀਡ ਤੇ ਕੰਟਰੋਲ, ਕਿਉਂਕਿ ਜਦੋਂ ਵੀ ਤੁਸੀਂ ਬ੍ਰੇਕ ਮਾਰਦੇ ਹੋ ਤੇ ਉਹਦੇ ਵਿੱਚ ਇਫੈਕਟ ਸਿੱਧਾ ਜਿਹੜਾ ਪੈਂਦਾ ਤੁਹਾਡਾ, ਉਹ ਪੈਂਦਾ ਤੁਹਾਡਾ ਟਰੱਕ ਦੇ ਸਟਾਪਿੰਗ ਡਿਸਟੈਂਸ ਦੇ ਉੱਤੇ। ਹੁਣ ਇੱਥੇ ਗੱਲ ਆਏਗੀ ਕਿ ਸਟਾਪਿੰਗ ਡਿਸਟੈਂਸ ਕੀ ਹੁੰਦਾ ਹੈ। ਬਈ ਜਿਹੜਾ ਬਈ ਤੁਸੀਂ ਬ੍ਰੇਕ ਮਾਰੀ ਤੇ ਸਟਾਪਿੰਗ ਡਿਸਟੈਂਸ ਅਸੀਂ ਕਾਊਂਟ, ਇਹ ਕੁਐਸਚਨ ਵਿੱਚ ਆਉਂਦਾ ਹੈਗਾ ਵੀ ਸਟਾਪਿੰਗ ਡਿਸਟੈਂਸ ਵੀ ਕੀ ਹੁੰਦਾ ਹੈ ਤੇ ਉਹਨੂੰ ਕਿਵੇਂ ਕਾਊਂਟ ਕਰਨਾ ਹੁੰਦਾ। ਉਹਦੇ 'ਚ ਪਹਿਲਾ ਰਿਐਕਸ਼ਨ ਡਿਸਟੈਂਸ ਆਉਂਦਾ,
ਦੂਜਾ ਬ੍ਰੇਕਿੰਗ ਡਿਸਟੈਂਸ ਤੇ ਟੋਟਲ ਸਟਾਪਿੰਗ ਡਿਸਟੈਂਸ। ਤੁਹਾਡਾ ਪਹਿਲਾ ਆ ਗਿਆ ਪ੍ਰਸਪੈਕਸ਼ਨ, ਰਿਐਕਸ਼ਨ ਤੇ ਬ੍ਰੇਕਿੰਗ। ਇਹਨਾਂ ਤਿੰਨਾਂ ਨੂੰ ਪਲੱਸ ਕਰੋਗੇ ਕੀ ਬਣੇਗਾ? ਟੋਟਲ ਸਟਾਪਿੰਗ ਡਿਸਟੈਂਸ। ਇਹ ਉੱਪਰ ਰਾਈਟ ਸਾਈਡ ਤੇ ਦਿਖਾਇਆ ਹੋਇਆ ਦੇਖੋ। ਇਹ ਕੁਐਸਚਨ ਜ਼ਰੂਰ ਆਉਂਦਾ, 101% ਆਉਂਦਾ, ਬ੍ਰੇਕਿੰਗ ਡਿਸਟੈਂਸ ਨੂੰ ਤੁਸੀਂ ਕਿਵੇਂ ਕਾਊਂਟ ਕਰਦੇ ਹੋ। ਮੰਨ ਲਓ ਮੇਰਾ ਟਰੱਕ ਚੱਲ ਰਿਹਾ ਹੈ 12 ਮਾਈਲ ਮੈਂ ਚਲਾਇਆ, ਉਹਨੇ ਬਈ 12 ਸੈਕਿੰਡ ਦੀ ਸਪੀਡ ਤੇ ਚੱਲ ਰਿਹਾ ਹੈ ਤੇ 12 ਮਾਈਲ ਪਰ ਸੈਕਿੰਡ ਪਰ ਆਵਰ ਹੋ ਗਿਆ ਨਾ। ਮੈਂ ਦੇਸੀ ਭਾਸ਼ਾ 'ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨਾ। ਲਾਈਕ ਤੁਸੀਂ ਇੱਕ ਕੰਮ ਕਰਨ ਦੀ ਤਿਆਰੀ ਕੀਤੀ, ਫਿਰ ਕੰਮ ਕੀਤਾ ਤੇ ਫਿਰ ਕੰਮ ਹੋਇਆ। ਇਹ ਤਿੰਨਾਂ ਨੂੰ ਜੋੜੋਗੇ ਤੇ ਉਹ ਪੂਰਾ ਟੋਟਲ ਕੰਮ ਕਰਨ ਦਾ ਟਾਈਮ ਬਣ ਗਿਆ। ਸੇਮ ਇਹਦੇ 'ਚ ਸਟਾਪਿੰਗ ਡਿਸਟੈਂਸ ਸੋਚਿਆ ਵੀ ਮੈਂ ਕੀ ਡਿਸੀਜਨ ਲਿਆ, ਫਿਰ ਬ੍ਰੇਕਿੰਗ ਮਾਰੀ, ਤੁਸੀਂ ਬ੍ਰੇਕ ਮਾਰੋਗੇ, ਬ੍ਰੇਕ ਮਾਰਦੇ ਇੱਕਦਮ ਤਾਂ ਰੁਕਣਾ ਨਹੀਂ। ਫਿਰ ਬ੍ਰੇਕ ਮਾਰਨ ਤੋਂ ਬਾਅਦ ਜਿਹੜਾ ਡਿਸਟੈਂਸ ਕਵਰ ਕਰ ਗਿਆ ਉਹ ਤਿੰਨੋਂ ਨੂੰ ਟੋਟਲ ਕਰੋਗੇ, ਉਹ ਤੁਹਾਡਾ ਸਟਾਪਿੰਗ ਡਿਸਟੈਂਸ ਹੁੰਦਾ ਹੈ। ਤੇ ਅੱਗੇ ਤੁਹਾਡਾ ਸਪੀਡ ਤੁਹਾਡੀ ਰੋਡ ਸਰਫੇਸ ਦੇ ਉੱਤੇ ਵੀ ਡਿਪੈਂਡ ਕਰਦੀ ਹੈ। ਤੁਹਾਡਾ ਡਿਸਟੈਂਸ ਸਟਾਪਿੰਗ ਤੇ ਇਫੈਕਟ ਤੁਹਾਡੇ ਸਪੀਡ ਦੇ ਉੱਤੇ ਕੰਡੀਸ਼ਨ ਵੀ ਕਰਦੀ ਹੈ ਵੀ ਵੈਦਰ ਕਿਵੇਂ ਦਾ ਹੈਗਾ। ਕਰਵ ਸਾਈਡ ਤੇ ਸਪੀਡ ਬੜੀ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਕਿ ਇੱਕ ਬੜੀ ਇੱਕ ਜ਼ਰੂਰੀ ਤੇ ਟਰੱਕਿੰਗ ਵਾਸਤੇ ਡੇਂਜਰਸ ਸਿਚੁਏਸ਼ਨ ਹੁੰਦੀ ਹੈ। ਕਰਵ ਮੋੜ ਜਿਹਨੂੰ ਅਸੀਂ ਐਗਜ਼ਿਟ ਕਹਿੰਦੇ ਹਾਂ, ਐਗਜ਼ਿਟ ਲੈਣਾ, ਟਰਨ ਹੁੰਦੀ ਜਿਹੜੀ, ਜੇ ਤੇ ਤੁਹਾਡੇ ਉਹਦੇ ਤੇ ਸਪੀਡ ਕੰਟਰੋਲ ਵਿੱਚ ਹੈ, ਤੁਹਾਨੂੰ ਬ੍ਰੇਕ ਤੇ ਕੰਟਰੋਲ ਹੈ, ਸਟੀਅਰਿੰਗ ਤੇ ਕੰਟਰੋਲ ਹੈ, ਤੁਹਾਡੀ ਸਪੀਡ ਤੇ ਕੰਟਰੋਲ ਹੈ, ਤੇ ਤੁਹਾਨੂੰ ਪਤਾ ਹੈ ਵੀ ਐਗਜ਼ਿਟ ਕਿੰਨੀ ਸਪੀਡ ਤੇ ਤੁਸੀਂ ਕੱਢਣਾ ਹੈ। ਬਾਹਰ ਪਹਿਲੇ ਮੈਂਸ਼ਨ ਉਹਨਾਂ ਨੇ ਵਾਰਨਿੰਗ ਕੀਤੀ ਹੁੰਦੀ 25, 35, 45, ਉਸ ਤੋਂ ਉੱਤੇ ਨਾ ਜਾਓ ਕਦੀ ਵੀ ਵੀਰੋ ਭੈਣੋ, ਹੱਥ ਜੋੜ ਕੇ ਬੇਨਤੀ। ਲੋਡ ਲੈ ਕੇ ਚੱਲਦੇ ਹੋ, ਲੋਡ ਇੱਕਦਮ ਜ਼ੋਰ ਮਾਰਦਾ ਹੈ, ਗ੍ਰੈਵਿਟੀ ਤੇ ਸਪੀਡ ਇਹਨਾਂ ਦੇ ਵਿੱਚ ਡਿਸਬੈਲੈਂਸ ਹੋ ਜਾਂਦਾ ਹੈ, ਤੁਹਾਡੀ ਗ੍ਰੈਵਿਟੀ ਟੁੱਟਦੀ ਹੈ ਤੇ ਤੁਹਾਡਾ ਟ੍ਰੇਲਰ ਪਲਟ ਜਾਂਦਾ ਹੈ। ਕਿਉਂਕਿ ਵੇਟ ਲੈ ਕੇ ਜਾ ਰਹੇ ਹੋ, ਜਦੋਂ ਤੁਸੀਂ ਟਰਨ ਇੱਕਦਮ ਜ਼ੋਰ ਦੀ ਲੈਂਦੇ ਹੋ ਤਾਂ ਵੇਟ ਸਪੈਸ਼ਲੀ ਜਦੋਂ ਤੁਸੀਂ ਮੀਟ ਨੂੰ ਹੈਂਗਿੰਗ ਮੀਟ ਨੂੰ ਲੈ ਕੇ ਜਾ ਰਹੇ ਹੋ, ਉਹ ਬਹੁਤ ਜ਼ੋਰ ਪਾਉਂਦਾ, ਜ਼ਿਆਦਾ ਨੁਕਸਾਨ ਕਰਦਾ ਹੈ ਵੀ ਰੀਫਰ ਵਿੱਚ। ਬਟ ਡਰਾਈਵ ਵਿੱਚ ਵੀ ਅਗਰ ਤੁਸੀਂ ਲੋਡ ਲੈ ਕੇ ਜਾ ਰਹੇ ਹੋ, ਕਿਉਂਕਿ ਟਾਇਰਾਂ ਨੇ ਗ੍ਰਿਪ ਕਰਨੀ ਹੈਗੀ, ਟਾਇਰਾਂ ਦੇ ਉਨੀ ਸਰਫੇਸ ਨੂੰ ਹੀ ਕਵਰ ਕਰ ਰਹੇ ਹੋ ਜਿੰਨੇ ਵੱਡੇ ਟਾਇਰ ਹੈਗੇ ਨੇ, ਤੇ ਉਸ ਚੀਜ਼ ਨੂੰ ਬੜਾ ਕੰਟਰੋਲ ਕਰਨਾ। ਕਰਵ ਦੇ ਉੱਤੇ ਮੋਸਟਲੀ ਜਿੰਨੇ ਐਕਸੀਡੈਂਟ ਹੁੰਦੇ ਨੇ ਉਹਨਾਂ ਵਿੱਚੋਂ 60% ਜਿਹੜੇ ਐਕਸੀਡੈਂਟ ਕਰਵ ਤੇ ਹੁੰਦੇ ਨੇ, 40% ਤੁਹਾਡਾ ਹਾਈਵੇ ਤੇ ਹੋਰ ਐਕਸੀਡੈਂਟ ਹੁੰਦੇ ਨੇ ਟਰੱਕਿੰਗ ਦੇ ਵਿੱਚ, 60 to 70% ਮੋੜ ਦੇ ਉੱਤੇ ਹੀ ਹੁੰਦੇ ਨੇ। ਅੱਗੇ ਵਰਕ ਜ਼ੋਨ ਦੇ ਉੱਤੇ ਆ ਰਹੇ ਹਾਂ, ਜਿੱਥੇ ਰੋਡ ਵਰਕ ਹੋ ਰਿਹਾ ਉੱਥੇ ਤੁਹਾਡਾ ਬੜਾ ਧਿਆਨ ਹੋਣਾ ਚਾਹੀਦਾ ਹੈ, ਕਿਉਂਕਿ ਰੋਡ ਵਰਕ ਦੇ ਉੱਤੇ ਅਗਰ ਤੁਹਾਡੀ ਸਪੀਡਿੰਗ ਜਾਂ ਕੋਈ ਤੁਹਾਡਾ ਰੈਕਲੈਸ ਡਰਾਈਵਿੰਗ ਹੁੰਦੀ, ਉਹਦੀ ਟਿਕਟ ਬਹੁਤ ਹਾਰਡ ਹੈਗੀ। ਸਾਡੀ ਇਨਕਮ ਦਾ ਸੋਰਸ ਸਾਡਾ ਲਾਇਸੈਂਸ ਹੈ। ਅਗਰ ਸਾਨੂੰ ਟਿਕਟ ਹੈਵੀ ਮਿਲ ਗਈ, ਲਾਇਸੈਂਸ ਸਸਪੈਂਡ ਹੋ ਗਿਆ ਤੇ ਘਰ ਬਹਿਣਾ ਪੈ ਜਾਣਾ। ਉਹ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰਾ ਵੀਰ ਭੈਣ ਘਰ ਪਵੇ। ਬੜਾ ਸੇਫ ਜ਼ੋਨ ਨਾਲ ਨਿਕਲੋ। ਸੇਫ ਜ਼ੋਨ ਕਹੋ ਤੁਸੀਂ, ਰੋਡਵੇ ਵਰਕ ਜ਼ੋਨ ਨੂੰ ਸੇਫ ਜ਼ੋਨ ਕਹੋ। ਹੁਣ ਸਪੀਡਿੰਗ ਜਦੋਂ ਤੁਸੀਂ ਸੇਫਟੀ ਨੂੰ ਅਗਰ ਲੈ ਕੇ ਚੱਲਦੇ ਹੋ, ਸਪੀਡਿੰਗ ਨੂੰ, ਬ੍ਰੇਕਿੰਗ ਨੂੰ, ਉਹ 4-5 ਚੀਜ਼ਾਂ ਨੂੰ ਬੜਾ ਧਿਆਨ ਰੱਖਣਾ। ਵੈਦਰ ਦੇ ਰਿਗਾਰਡਿੰਗ ਡਰਾਈਵ ਕਰੋ। ਇਹ ਨਹੀਂ ਕਿ ਤੁਸੀਂ ਅੱਜ ਗਰਮੀ ਹੈ ਤੇ ਪੂਰੀ ਸਪੀਡ ਨਾਲ ਚੱਲ ਰਹੇ ਹੋ 70 ਦੀ, ਤੇ ਹੋ ਸਕਦਾ ਬਾਰਿਸ਼ 'ਚ ਤੁਸੀਂ 70 ਤੇ ਨਾ ਚੱਲ ਪਾਓ। ਇਹ ਫ੍ਰਿਕਸ਼ਨ ਜਿਹੜੀ ਹੁੰਦੀ ਹੈ ਟਾਇਰਾਂ 'ਚ, ਉਹ ਤੁਹਾਡੇ ਟ੍ਰੇਲਰ ਨੂੰ ਅਗਰ ਖਾਲੀ ਹੈ ਤੇ ਬੜਾ ਮੂਵ ਕਰਦੀ ਹੈਗੀ ਹੈ, ਤੇ ਉਹਦੇ ਨਾਲ ਤੁਹਾਡਾ ਟ੍ਰੇਲਰ ਸਕਿਡ ਵੀ ਕਰ ਸਕਦਾ, ਜੈਕਨਾਈਵ ਹੋ ਸਕਦਾ। ਬੜਾ ਧਿਆਨ ਰੱਖਣਾ, ਸਪੀਡ ਦੇ ਵਿੱਚ ਵੀ ਧਿਆਨ ਰੱਖਣਾ। ਬ੍ਰੇਕਿੰਗ ਬੜੀ ਧਿਆਨ ਨਾਲ ਮਾਰਨੀ ਜਦੋਂ ਵੈਦਰ ਮਾੜੀ ਹੋਏ ਨਾ। ਬ੍ਰੇਕਿੰਗ ਨੂੰ ਤੁਸੀਂ ਕੰਟਰੋਲ ਕਰੋ। ਇੰਜਨ ਬ੍ਰੇਕ, ਤੁਹਾਡਾ ਟ੍ਰੇਲਰ ਬ੍ਰੇਕ, ਐਮਰਜੈਂਸੀ ਬ੍ਰੇਕ, ਪੈਡਲ ਬ੍ਰੇਕ, ਬੜਾ ਧਿਆਨ ਨਾਲ ਉਹਨੂੰ ਇੱਕ ਬੈਲੈਂਸ ਬਣਾ ਕੇ ਚੱਲੋ। ਇੱਕ ਨਾ ਬਹੁਤ ਜਿਵੇਂ ਤੁਸੀਂ ਦੇਖਿਆ ਨਾ, ਉਹ ਰੱਸੀ ਦੇ ਉੱਤੇ ਬੜਾ ਬੈਲੈਂਸ ਬਣਾ ਕੇ ਚੱਲਦਾ ਹੈ ਇੱਕ ਕਰਤੱਵ ਕਰਨ ਵਾਲਾ। ਉਸੇ ਤਰੀਕੇ ਨਾਲ ਜਿੰਨਾ ਬੈਲੈਂਸ ਡਰਾਈਵਰ ਆਪਣੇ ਟਰੱਕ ਦੇ ਨਾਲ ਬਣਾ ਕੇ ਚੱਲੇਗਾ, ਟਰੱਕ ਓਨਾ ਹੀ ਉਹਦੇ ਕੰਟਰੋਲ ਵਿੱਚ ਚੱਲੇਗਾ। ਜਿੰਨਾ ਡਰਾਈਵਰ ਤੇ ਟਰੱਕ ਦੇ ਵਿੱਚ ਬੈਲੈਂਸ ਨਹੀਂ ਹੋਏਗਾ, ਉਹਨਾਂ ਤੁਹਾਡਾ ਨੁਕਸਾਨ ਹੋਣ ਦਾ ਡਰ ਬਣਿਆ ਰਹੇਗਾ। ਤੇ ਅੱਜ ਦਾ ਚੈਪਟਰ ਮੈਂ ਬਸ ਇੱਥੇ ਹੀ ਖ਼ਤਮ ਕਰਨ ਜਾ ਰਿਹਾ ਜੀ। ਇਹਦੀ ਸੀਰੀਜ਼ ਮੈਂ ਪੂਰੀ ਕਵਰ ਕਰਾਂਗਾ ਐਂਡ ਤੱਕ, ਜਦੋਂ ਤੱਕ ਤੁਹਾਨੂੰ ਟਰੱਕ ਦਾ ਲਾਇਸੈਂਸ ਨਹੀਂ ਮਿਲਦਾ। ਪ੍ਰੈਕਟੀਕਲ ਰੋਡ ਦੀ ਵੀ ਮੈਂ ਤੇ ਪ੍ਰੀ ਟ੍ਰਿਪ ਵਗੈਰਾ ਦੀ, ਕੈਬ ਇਨਸਪੈਕਸ਼ਨ, ਬ੍ਰੇਕਿੰਗ,
ਕਿੱਥੇ ਗਲਤੀ ਕਰਦੇ ਨੇ ਆਪਣੇ ਮੁੰਡੇ ਜ਼ਿਆਦਾ ਪ੍ਰੀ ਟ੍ਰਿਪ ਵਿੱਚ, ਉਹ ਸਾਰਾ ਇੱਕ ਟੌਪਿਕ ਪ੍ਰੈਕਟਿਸ ਵੀ ਕਰਵਾਵਾਂਗਾ ਈਵਨ ਤੁਹਾਨੂੰ। ਮੈਂ ਜਿਹੜੀ ਤੁਹਾਨੂੰ ਐਪ ਦੱਸੀ ਹੈ ਪਲੀਜ਼ ਉਹਨੂੰ ਡਾਊਨਲੋਡ ਜ਼ਰੂਰ ਕਰੋ, CDL ਪ੍ਰੈਪ, ਤੇ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਉਹਦੇ ਨਾਲ ਹੋਰ ਤੇ ਕੁਝ ਨਹੀਂ, ਹੌਸਲਾ ਬਹੁਤ ਮਿਲਦਾ ਸਾਨੂੰ ਵੀ ਹਾਂ ਵੀ ਮੈਨੂੰ ਵੇਖਣ ਵਾਲੇ ਹੈਗੇ ਨੇ, ਤੇ ਮਾੜੀ ਜੀ ਅੰਦਰ ਭਾਵਨਾ ਬਣਦੀ ਕਿ ਮੈਂ ਹੋਰ ਬਣਾਵਾਂ। ਥੈਂਕ ਯੂ ਵੈਰੀ ਮਚ। ਹੱਸਦੇ ਵਸਦੇ ਰਹੋ। ਬੈਸਟ ਆਫ ਲੱਕ ਫॉर योर CDL। ਟੇਕ ਕੇਅਰ।